ਵਾਹਿਗੁਰੂ 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 ਵਾਹਿਗੁਰੂ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਜੁਗ ਹੋ ਜੁਗ ਅਟਲ, ਵਾਲੀ ਕੁਲ ਆਲਮ ਪੈਗੰਬਰੇ ਕਾਇਨਾਤ ਸ੍ਰਿਸ਼ਟੀ ਏ ਰਹਿਬਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਹਜੂਰ ਇੱਕ ਦਫਾ ਫਿਰ ਲਗਵਾਈਏ ਹਾਜ਼ਰੀਆਂ ਜੀ। ਬੜੇ ਪਿਆਰ ਸਹਿਤ ਫਤਿਹ ਦੀ ਸਾਂਝ ਪਾਓ। ਦੋਵੇਂ ਹੱਥ ਜੋੜ ਸਤਿਗੁਰੂ ਜੀ ਨੂੰ ਸੀਸ ਨਿਵਾਉਂਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਪਵਿੱਤਰ ਬੰਦੀ ਛੋੜ ਦਿਵਸ, ਜਿਸ ਨੂੰ ਸਮਰਪਿਤ ਆਪਾਂ ਇਤਿਹਾਸ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਆਪਾਂ ਨੇ ਸਰਵਨ ਕੀਤਾ ਹੈ ਵਜ਼ੀਰ ਖਾਂ ਅਤੇ ਕਿੰਚ ਬੇਗ, ਜਿਹੜੇ ਸੱਚਖੰਡ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਨੇ। ਥੋੜੀ ਦੂਰ ਗੁਰੂ ਸਾਹਿਬਾਂ ਤੋਂ ਡੇਰੇ ਲਾਏ ਨੇ ਔਰ ਇੱਕ ਮਨੁੱਖ ਨੂੰ ਭੇਜ ਕੇ ਗੁਰੂ ਦਰਬਾਰ ਵਿੱਚ ਸੱਚੇ ਪਾਤਸ਼ਾਹ ਤੋਂ ਦਰਸ਼ਨਾਂ ਦੀ ਜਾਚਨਾ ਕੀਤੀ, ਆਗਿਆ ਮੰਗੀ ਹੈ। ਮਹਾਰਾਜ ਜੀ ਨੇ ਕਿਹਾ ਅੱਜ ਦੀ ਰਾਤ ਉੱਥੇ ਹੀ ਆਰਾਮ ਕਰੋ। ਸਿੱਖਾਂ ਨੂੰ ਹੁਕਮ ਕੀਤਾ ਹਰ ਤਰ੍ਹਾਂ ਦਾ ਰਸਦ ਪਾਣੀ, ਘੋੜਿਆਂ ਦੇ ਲਈ ਦਾਣਾ ਫੱਕਾ ਇਤਿਆਦਿਕ ਸਭ ਇਹਨਾਂ ਦੇ ਲਈ ਪ੍ਰਬੰਧ ਕੀਤਾ ਜਾਵੇ। ਔਰ ਨਾਲ ਹੀ ਕਿਹਾ ਭਾਈ ਕੱਲ ਨੂੰ ਸ਼ਾਮ ਦੇ ਸਮੇਂ ਤੁਹਾਡੇ ਨਾਲ ਮੇਲ ਮਿਲਾਪ ਹੋਵੇਗਾ। ਜਦੋਂ ਉਸ ਮਨੁੱਖ ਨੇ ਵਾਪਸ ਜਾ ਕੇ ਦੱਸਿਆ ਹੈ, ਕਹਿੰਦੇ ਬੜੇ ਹੀ ਪ੍ਰਸੰਨ ਹੋਏ ਨੇ ਵਜ਼ੀਰ ਖਾਂ, ਕਿੰਚ ਬੇਗ ਇਤਿਆਦਿਕ ਜਿਹੜੇ ਸਿਪਾਹੀ ਆਏ ਸਨ, ਔਰ ਗੁਰੂ ਘਰ ਦੀ ਸੇਵਾ ਦੇਖ ਕਰਕੇ, ਸਤਿਗੁਰੂ ਮਹਾਰਾਜ ਜੀ ਦੀ ਦਰਿਆ ਦਿਲੀ ਦੇਖ ਕਰਕੇ ਬਹੁਤ ਖੁਸ਼ ਹੋਏ ਨੇ। ਸੁੱਖਾਂ ਦੀ ਰਾਤ ਗੁਜ਼ਾਰੀ ਹੈ। ਇੱਥੋਂ ਤੱਕ ਆਪਾਂ ਨੇ ਕੱਲ ਸਰਵਨ ਕੀਤਾ ਹੈ। ਆਓ ਪਿਆਰ ਦੇ ਨਾਲ ਅਗਲੀ ਵਿਚਾਰ ਸਾਂਝੀ ਕਰੀਏ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਾਤ ਹੋਤ ਅੰਮ੍ਰਿਤਸਰ ਨਾਏ, ਹਰ ਮੰਦਰ ਅਰਦਾਸ ਕਰਾਏ। ਰਾਤ ਗੁਜ਼ਾਰਨ ਤੋਂ ਬਾਅਦ ਸਵੇਰ ਹੁੰਦਿਆਂ ਹੀ ਇਹ ਸਾਰੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚੇ ਨੇ। ਕਵੀ ਜੀ ਕਹਿੰਦੇ ਨੇ ਔਰ ਇਸ ਪ੍ਰਕਾਰ ਅੰਮ੍ਰਿਤਸਰ ਨਾਏ, ਜੋ ਹਰ ਸਿੱਖ ਹਰ ਰੋਜ਼ ਅਰਦਾਸ ਵਿੱਚ ਮੰਗਦਾ ਹੈ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਪਾਨ ਆਪਾਂ ਹਰ ਰੋਜ਼ ਜਾਚਨਾ ਕਰਦੇ ਹਾਂ। ਸੋ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ, ਬਹੁਤ ਜ਼ਿਆਦਾ ਮਨ ਸ਼ਾਂਤ ਹੋ ਗਿਆ ਹੈ। ਸਾਰੇ ਹੀ ਬੜੇ ਪ੍ਰਸੰਨ ਨੇ ਔਰ ਇਸ ਤਰ੍ਹਾਂ ਪ੍ਰਸੰਨ ਹੋ ਕਰਕੇ ਫਿਰ ਇਸ਼ਨਾਨ ਪਾਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਜਾ ਕਰਕੇ ਦਰਸ਼ਨ ਦੀਦਾਰ ਕੀਤੇ ਨੇ ਔਰ ਸਤਿਗੁਰਾਂ ਦੇ ਸਿਮਰ ਅਰਦਾਸ ਕੀਤੀ ਹੈ ਜੀ। ਧਰ ਸ਼ਰਧਾ ਨਿਜ ਸੰਗੀ ਸੰਗ, ਕਰਹਿ ਸਰਾਹਨ ਕੇ ਸੋ ਪ੍ਰਸੰਗ। ਤੋ ਕਵੀ ਜੀ ਕਹਿੰਦੇ ਨੇ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਜਿਹੜਾ ਮਨ ਸ਼ਾਂਤ ਹੋਇਆ ਹੈ,
ਇਸ ਸ਼ਾਂਤੀ ਦੇ ਲਈ ਸਤਿਗੁਰੂ ਜੀ ਦੀ ਉਸਤਤ ਕਰ ਰਹੇ ਨੇ, ਸ਼ਲਾਘਾ ਕਰ ਰਹੇ ਹਨ ਜੀ। ਸੋ ਦਿਨ ਅਰਧ ਬੀਤ ਜਬ ਗਇਓ, ਭੇਟ ਸਕਲ ਲੈ ਤਿਆਰ ਸੋ ਪਇਓ। ਸੋ ਉਹ ਦਿਨ ਜਦੋਂ ਅੱਧਾ ਬੀਤ ਗਿਆ, ਕਵੀ ਜੀ ਕਹਿੰਦੇ ਨੇ ਬੜੀ ਬੇਹਬਲਤਾਈ ਹੈ, ਬੜੀ ਬੇਸਬਰੀ ਹੋ ਰਹੀ ਸੀ ਸਾਰਿਆਂ ਨੂੰ, ਕਿਹੜਾ ਵੇਲਾ ਹੋਵੇ ਉਸ ਦਇਆ ਦੇ ਘਰ ਸਤਿਗੁਰੂ ਦੇ ਚੰਨ ਵਰਗੇ ਮੁਖੜੇ ਦੇ ਦਰਸ਼ਨ ਦੀਦਾਰ ਕਰੀਏ। ਸ਼ਾਮ ਦਾ ਸਮਾਂ ਦਿੱਤਾ ਸੀ ਨਾ, ਅੱਧਾ ਦਿਨ ਬਤੀਤ ਹੋ ਗਿਆ ਏ। ਸੋ ਹੁਣ ਇਹਨਾਂ ਨੇ ਜੋ ਵੀ ਨਜ਼ਰਾਨੇ, ਭੇਟਾਵਾਂ ਇਤਿਆਦਿਕ ਅਰਪ ਕਰਨ ਦੇ ਲਈ ਲੈ ਕੇ ਆਏ ਸਨ, ਉਹ ਸਾਰਾ ਸਾਜੋ ਸਾਮਾਨ ਤਿਆਰ ਕਰ ਲਿਆ ਹੈ ਜੀ। ਸ਼੍ਰੀ ਹਰਗੋਬਿੰਦ ਫਰਸ਼ ਕਰਾਇਸ, ਤਖਤ ਅਕਾਲ ਜਹਾਂ ਸੁਠ ਥਾਇਸ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਵਿੱਤਰ ਅਸਥਾਨ ਤੇ ਇਹਨਾਂ ਸਾਰਿਆਂ ਦੇ ਨਾਲ ਮਿਲਣਾ ਸੀ, ਇਹਨਾਂ ਨੂੰ ਦਰਸ਼ਨ ਦੇਣੇ ਸਨ। ਇਸ ਲਈ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੋਹਣੇ ਗਲੀਚੇ, ਚਾਦਰਾਂ ਇਤਿਆਦਿਕ ਸਭ ਦੇ ਬੈਠਣ ਲਈ ਵਿਛਾ ਦਿੱਤੀਆਂ ਗਈਆਂ ਹਨ ਜੀ। ਜਾਮ ਦਿਵਸ ਤੇ ਸਤਿਗੁਰ ਆਏ, ਬਸਤਰ ਸ਼ਸਤਰ ਤਨ ਰੁਚਿਰ ਸਜਾਏ। ਕਹਿੰਦੇ ਨੇ ਪਹਿਰ ਦਿਨ ਰਹਿੰਦਿਆਂ ਫਿਰ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ। ਕਵੀ ਜੀ ਕਹਿੰਦੇ ਨੇ ਸਤਿਗੁਰੂ ਜੀ ਦੇ ਬਸਤਰ ਬੜੇ ਸੁੰਦਰ ਨੇ, ਔਰ ਜੋ ਸੂਰਮਿਆਂ ਦਾ ਸ਼ਿੰਗਾਰ ਹੁੰਦਾ ਹੈ, ਮਹਾਬਲੀ ਯੋਧੇ ਨੇ ਛੇਵੇਂ ਪਾਤਸ਼ਾਹ, ਉਹਨਾਂ ਨੇ ਬੜੇ ਸੋਹਣੇ ਸੁੰਦਰ ਸ਼ਸਤਰ ਸਜਾਏ ਹੋਏ ਨੇ। ਬਸਤਰ ਸ਼ਾਸਤਰ ਸਜਾ ਕਰਕੇ ਬਹੁਤ ਸੋਭਨੀਕ ਹੋ ਰਹੇ ਹਨ ਜੀ। ਬੋਲਤ ਆਏ ਨਕੀਬ ਅਗਾਰੀ, ਕੰਚਨ ਰਜਤ ਦੰਡ ਕੋ ਧਾਰੀ। ਤੇ ਕਹਿੰਦੇ ਨੇ ਅੱਗੇ ਅੱਗੇ ਇੱਕ ਨਕੀਬ, ਇੱਕ ਸੇਵਾਦਾਰ, ਉਹ ਸਤਿਗੁਰੂ ਜੀ ਦਾ ਜਸ ਗਾਉਂਦਾ ਹੋਇਆ ਆ ਰਿਹਾ ਹੈ ਔਰ ਸਾਰਿਆਂ ਨੂੰ ਸੁਚੇਤ ਕਰ ਰਿਹਾ ਹੈ। ਕੋਈ ਅਚੇਤ ਹੋਵੇ ਤੇ ਉਹਨੂੰ ਵੀ ਪਤਾ ਚੱਲ ਜਾਵੇ ਮੇਰੀ ਪੀਰੀ ਦੇ ਮਾਲਕ ਆ ਰਹੇ ਨੇ। ਸੋ ਉਹ ਵਡਿਆਈ ਕਰਦਾ ਹੋਇਆ ਅੱਗੇ ਅੱਗੇ ਚੱਲ ਰਿਹਾ ਸੀ ਜੀ। ਸੁਬਟ ਸੈਂਕੜੇ ਆਗੂ ਪਾਛੇ, ਸ਼ਸਤਰ ਬਸਤਰ ਆਛੇ ਧਨ ਕਾਛੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਪਿੱਛੇ ਸੈਂਕੜੇ ਹੀ ਸੂਰਮੇ ਨੇ, ਬਹੁਤ ਪਿਆਰ ਵਾਲੀਆਂ ਰੂਹਾਂ, ਪਿਆਰੇ ਗੁਰਸਿੱਖ ਸੂਰਮੇ ਯੋਧੇ, ਉਹ ਮਹਾਰਾਜ ਜੀਆਂ ਦੇ ਅੱਗੇ ਪਿੱਛੇ ਆਲੇ ਦੁਆਲੇ ਇੱਕ ਵੱਡਾ ਉਹਨਾਂ ਦਾ ਇਕੱਠ ਹੈ। ਸਾਰੇ ਸਤਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਸੰਗ ਚੱਲ ਰਹੇ ਨੇ ਜੀ। ਨੌਬਤ ਬਜੇ ਦਰਸ਼ਨੀ ਪੌੜ, ਆਏ ਤਹਿ ਸੋਢੀ ਸਿਰ ਮੌੜ। ਦਰਸ਼ਨੀ ਡਿਊੜੀ ਵਿਖੇ ਨਗਾਰਾ ਵੱਜ ਰਿਹਾ ਸੀ। ਉਸ ਵੇਲੇ ਉੱਥੇ ਸੋਢੀ ਸਰਤਾਜ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਵੈਮ ਪਧਾਰੇ ਹਨ ਜੀ। ਹੈ ਤੇ ਉਤਰ ਬੰਦ ਨਾ ਕਰਕੇ, ਪੁਲ ਪਰ ਗਮਨੇ ਅੰਤਰ ਬਰਕੈ। ਘੋੜੇ ਤੋਂ ਉਤਰੇ ਨੇ ਸਤਿਗੁਰੂ ਮਹਾਰਾਜ ਜੀ, ਔਰ ਇਸ ਪ੍ਰਕਾਰ ਕਹਿੰਦੇ ਨੇ ਦਰਸ਼ਨੀ ਡਿਊੜੀ ਦੇ ਵਿੱਚ ਸਤਿਗੁਰੂ ਫਿਰ ਚੱਲ ਕੇ ਆਏ ਨੇ। ਦਰਸ਼ਨੀ ਡਿਊੜੀ ਤੋਂ ਸਤਿਗੁਰੂ ਮਹਾਰਾਜ ਜੀ ਅੰਦਰ ਦਾਖਲ ਹੁੰਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ, ਔਰ ਉਹ ਪਾਵਨ ਸਰੋਵਰ ਦਾ ਪੁਲ ਲੰਘਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਪਹੁੰਚੇ ਹਨ ਜੀ। ਨਮੋ ਕੀਨ ਹਰਿਮੰਦਰ ਆਗੇ, ਪੁਨਹਿ ਪ੍ਰਦਰਸ਼ਨਾ ਦੇਵਨ ਲਾਗੇ। ਫਿਰ ਅੰਦਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਦੁਨੀਆ ਤੇ ਮੰਦਿਰ ਬਹੁਤ ਨੇ, ਮੰਦਿਰ ਬੜੇ ਨੇ। ਇਹ ਪਹਿਲਾ ਐਸਾ ਮੰਦਿਰ ਹੈ ਕਿਉਂਕਿ ਲੋਕਾਂ ਦੇ ਨਾਵਾਂ ਤੇ ਮੰਦਿਰ ਬੜੇ ਨੇ।
ਪੀਰਾਂ ਫਕੀਰਾਂ ਪੈਗੰਬਰਾਂ ਦੇ ਮੰਦਰ ਬੜੇ ਨੇ, ਹੁਣ ਤੇ ਆਮ ਮਨੁੱਖਾਂ ਦੇ ਵੀ ਮੰਦਰ ਬਣੇ ਪਏ ਨੇ। ਇਹ ਦੁਨੀਆ ਤੇ ਪਹਿਲਾ ਐਸਾ ਮੰਦਰ ਹੈ ਜੋ ਹਰੀ ਦਾ ਮੰਦਰ ਹੈ। ਇੱਥੇ ਕੌਣ ਰਹਿੰਦਾ ਹੈ ਜੀ? ਸਵੈਮ ਹਰ ਆਪ, ਪਰਮਾਤਮਾ ਆਪ ਰਹਿੰਦਾ ਹੈ। ਇਸ ਲਈ ਇਹ ਹਰ ਮੰਦਰ ਸਾਹਿਬ ਹੈ। ਇਹ ਹਰੀ ਦਾ ਮੰਦਰ ਹੈ, ਕਿਸੇ ਮਨੁੱਖ ਦਾ ਨਹੀਂ। ਹਰ ਮੰਦਰ ਸਾਹਿਬ ਮਹਾਰਾਜ ਜੀਆਂ ਨੇ ਬੜੇ ਅਦਬ ਦੇ ਨਾਲ ਹਰਮੰਦਰ ਸਾਹਿਬ ਨੂੰ ਨਮਸਕਾਰ ਕੀਤੀ ਹੈ। ਔਰ ਇਸ ਪ੍ਰਕਾਰ ਫਿਰ ਕਵੀ ਜੀ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਪਾਵਨ ਪਵਿੱਤਰ ਸੱਚਖੰਡ ਦੀ ਪਰਿਕਰਮਾ ਕੀਤੀ ਹੈ ਜੀ। ਲੈ ਹਰ ਪੌਰਿਆ ਚਮਨ ਆਏ, ਬੈਠ ਤਖਤ ਪਰ ਗੁਰੂ ਸਹਾਏ। ਨਾਲ ਸਾਰੇ ਪਿਆਰ ਵਾਲੇ ਨੇ ਹਰ ਕੀ ਪੌੜੀ ਤੋਂ ਅੰਮ੍ਰਿਤ ਜਲ ਛਕਿਆ ਹੈ। ਔਰ ਇਸ ਪ੍ਰਕਾਰ ਕਹਿੰਦੇ ਨੇ ਫਿਰ ਸਤਿਗੁਰੂ ਮਹਾਰਾਜ ਜੀ ਆਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤਖਤ ਤੇ ਸੁਭਾਏਮਾਨ ਹੋਏ ਹਨ ਜੀ। ਸਭਾ ਸਹਿਤ ਸੁਰਪਤ ਜਨ ਬੈਸੇ, ਗਾਇਰ ਬਾਬੀ ਰਾਗਨ ਤੈਸੇ। ਮਾਨੋ ਜਿਵੇਂ ਇੰਦਰ ਦੇਵਤਿਆਂ ਦੇ ਵਿੱਚ ਸੋਭਦਾ ਹੈ। ਕਵੀ ਜੀ ਇੱਥੇ ਮਹਾਰਾਜ ਜੀ ਦੀ ਵੱਡੀ ਵਡਿਆਈ ਕਰ ਰਹੇ ਨੇ, ਪਰ ਸਤਿਗੁਰੂ ਦੇ ਕਦਮਾਂ ਤੋਂ, ਸਤਿਗੁਰੂ ਦੇ ਚਰਨਾਂ ਤੋਂ ਲੱਖਾਂ ਇੰਦਰ ਤੇ ਲੱਖਾਂ ਇੰਦਰਪੁਰੀਆਂ ਨਿਸ਼ਾਵਰ ਕੀਤੀਆਂ ਜਾ ਸਕਦੀਆਂ ਨੇ। ਮੇਰੇ ਸਤਿਗੁਰੂ ਵਰਗੀ ਦੂਜੀ ਕਿਸੇ ਦੀ ਸ਼ੋਭਾ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਵਿੱਚ ਸ਼ੋਭ ਰਹੇ ਨੇ। ਕਵੀ ਜੀ ਕਹਿੰਦੇ ਨੇ ਕਿ ਇਸ ਪ੍ਰਕਾਰ ਉੱਥੇ ਪਾਤਸ਼ਾਹ ਜੀ ਦੇ ਹਜ਼ੂਰ ਫਿਰ ਰਬਾਬੀਆਂ ਨੇ ਕੀਰਤਨ ਗਾਇਨ ਆਰੰਭ ਕਰ ਦਿੱਤਾ ਹੈ। ਪਾਵਨ ਗੁਰਬਾਣੀ ਦਾ ਗਾਇਨ ਹੋਣ ਲੱਗਾ ਹੈ ਜੀ। ਤਬ ਵਜ਼ੀਰ ਖਾਂ ਗੁਰੂ ਹਕਾਰਾ, ਆਇਓ ਲੈ ਕਰ ਭੇਟ ਉਦਾਰਾ। ਸੋ ਜਦੋਂ ਰਬਾਬੀਆਂ ਨੇ ਕੀਰਤਨ ਆਰੰਭ ਕਰ ਦਿੱਤਾ ਹੈ, ਸਾਰੇ ਪਾਸੇ ਇੱਕ ਵੱਖਰਾ ਹੀ ਮਹਾਰਸ ਬਣ ਗਿਆ ਹੈ। ਬੈਠੇ ਸੁਨ ਸੰਗਤ ਬਹੁ ਆਈ, ਦਰਸ਼ਨ ਦੇਖਤ ਭੇਟ ਚੜਾਈ। ਕਹਿੰਦੇ ਜਿਵੇਂ ਸੰਗਤਾਂ ਨੂੰ ਆਸੇ ਪਾਸੇ ਪਤਾ ਲੱਗਾ ਮਹਾਰਾਜ ਤਖਤ ਤੇ ਆ ਕੇ ਬਿਰਾਜਮਾਨ ਹੋ ਗਏ ਨੇ, ਕਵੀ ਜੀ ਕਹਿੰਦੇ ਨੇ ਬਹੁਤ ਸੰਗਤਾਂ ਉਹ ਬੜੇ ਪਿਆਰ ਦੇ ਨਾਲ, ਉਤਸ਼ਾਹ ਦੇ ਨਾਲ ਫਿਰ ਸ਼੍ਰੀ ਅਕਾਲ ਤਖਤ ਵੱਲ ਸਾਹਿਬ ਨੂੰ ਵੱਧ ਰਹੀਆਂ ਨੇ। ਸਾਰੇ ਮਹਾਰਾਜ ਜੀਆਂ ਨੂੰ ਨਮਸਕਾਰ ਕਰ ਰਹੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰ ਰਹੇ ਸਨ ਜੀ। ਤਬ ਵਜ਼ੀਰ ਖਾਂ ਗੁਰੂ ਹਕਾਰਾ, ਆਇਓ ਲੈ ਕਰ ਭੇਟ ਉਦਾਰਾ। ਫਿਰ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕਰਦੇ ਹੋਏ, ਵਜ਼ੀਰ ਖਾਨ ਤੇ ਦਇਆ ਕਰਦੇ ਹੋਏ, ਕਵੀ ਜੀ ਕਹਿੰਦੇ ਆਪ ਸੱਚੇ ਪਾਤਸ਼ਾਹ ਜੀ ਨੇ ਵਜ਼ੀਰ ਖਾਨ ਨੂੰ ਬੁਲਾਇਆ ਹੈ। ਹੁਣ ਜਿਵੇਂ ਸਤਿਗੁਰੂ ਮਹਾਰਾਜ ਜੀਆਂ ਨੇ ਪਵਿੱਤਰ ਮੁਖ ਚੋਂ ਬੁਲਾਇਆ ਹੈ, ਕਹਿੰਦੇ ਪਿਆਰ ਦੇ ਵਿੱਚ ਭੇਜਾ ਹੋਇਆ ਵਜ਼ੀਰ ਖਾਨ, ਉਹ ਸਤਿਗੁਰੂ ਮਹਾਰਾਜ ਜੀਆਂ ਦੇ ਲਈ ਕਈ ਤਰ੍ਹਾਂ ਦੇ ਨਜ਼ਰਾਨੇ ਲੈ ਕੇ ਹਾਜ਼ਰ ਹੋਇਆ ਹੈ ਜੀ। ਤਰਨ ਬੈਸ ਬੈਸੇ ਗੁਰ ਹੇਰੇ, ਮਸ ਭੀਜਤ ਮੁਖ ਸ਼ੁਭਤ ਬਡੇਰੇ। ਤੇ ਇਸ ਪ੍ਰਕਾਰ ਕਹਿੰਦੇ ਨੇ ਉਹਨੇ ਸਤਿਗੁਰੂ ਮਹਾਰਾਜ ਜੀ ਨੂੰ, ਭਰ ਜਵਾਨੀ ਦੀ ਉਮਰ ਹੈ ਉਸ ਵੇਲੇ, ਚੜ੍ਹਦੀ ਜਵਾਨੀ, ਬਹੁਤ ਸੁੰਦਰ ਸਰੂਪ ਹੈ ਸਤਿਗੁਰੂ ਜੀ ਦਾ, ਕਿਸ਼ੋਰ ਅਵਸਥਾ ਦੇ ਮਾਲਕ ਨੇ ਉਸ ਵੇਲੇ। ਉਹਨਾਂ ਦੇ ਇਸ ਉਮਰਾਂ ਵਿੱਚ ਇਤਨੇ ਨੂਰਾਨੀ ਦਰਸ਼ਨ ਕੀਤੇ ਨੇ, ਆਨੰਦ ਦੇ ਨਾਲ ਭਰ ਗਿਆ। ਸਤਿਗੁਰੂ ਮਹਾਰਾਜ ਜੀਆਂ ਦਾ ਲੱਖਾਂ ਚੰਦਰਮਿਆਂ ਨੂੰ ਮਾਤ ਪਾਉਂਦਾ ਸੁੰਦਰ ਮੁਖੜਾ, ਔਰ ਇਸ ਪ੍ਰਕਾਰ ਕਹਿੰਦੇ ਨੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਹਨ। ਜਨ ਪਸਰਿਓ ਚਹਿ ਤਮ ਟਿਗ ਇੰਦੂ, ਕੈ ਅਰਬਿੰਦ ਮਲਿੰਦੈ ਬ੍ਰਿੰਦੂ। ਔਰ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਸੁੰਦਰ ਮੁਖੜਾ ਹੈ, ਮਾਨੋ ਲੱਖਾਂ ਚੰਦਰਮਿਆਂ ਨੂੰ ਮਾਤ ਪਾਉਂਦਾ ਹੈ।
और सतगुरु पातशाह जी दे पावन दीदार करदे होए बंदन कीन आनंद बिलंदे लख गुरु को सुख कंद मुकंदे। महाराज जियां दे चरनां ते बंदना करके बड़ा आनंद प्राप्त कीता है। लख गुर को सुख कंद मुकंदे सुखां दे दाते मुक्ति दे दाते गुरु हरगोबिंद साहिब जी दे सोहणे दीदार कीते हन जी। बंद हाथ पुन बिनै बखानी हजरत तुम्हें बंदगी ठानी। फिर हाथ जोड़ के सतगुरु पातशाह जी ने बेनती कीती है, सच्चे पातशाह बादशाह ने तुहानू बंदगी भेजी है, बादशाह ने तुहानू बिनय भेजी है। बादशाह अदब दे नाल तुहाडा सत्कार करदा होया तुहाडे वल नू उन्हें सानू भेजिया है जी। बैठियो निकट कुशल कहो आछे कहियो सकल तुम करुणा बाछे। जद इस तरह उन्होंने आउण दा कारण दसिया कि बादशाह आप जी नू मिलना चाहुंदा है, ये सदा देन दे लई सानू भेजिया है। ते धन गुरु हरगोबिंद साहिब जी महाराज सच्चे पातशाह जी कहन लगे भाई पहला सब राजी खुशी दसो, सारे ठीक ठाक हो राजी बाजी हो। तां वजीर खान ने कहा महाराज जी तुहाडी किरपा दे नाल तुहाडी रहमत दे नाल सब राजी खुशी है जी। बूझियो कहो कारण आगमनु पठियो शाह कारज अस कवनु। फिर जानी जन पातशाह जी ने पूछिया है भाई हुण पूरा कारण दसो, आउण दा तुहाडा पूरा मनोरथ की है, किवें आउणा होया, आखिर किस कारज दे लई बादशाह ने तुहानू भेजिया है। सुन वजीर खां जुग कर जोरे लेन हेत आयो तुम ओरे। और ये सुन के वजीर खां हाथ जोड़ के कहंदा है पातशाह आप जी नू लैन वास्ते आए हां। महाराज जीओ बादशाह ने आप जी नू लैन वास्ते साडी ड्यूटी लाई है। चाहे तुम्हारो दर्शन साहू केतक दिन ते कर तो माहू। कई दिना तो सतगुरु जी कई दिना तो बादशाह जहांगीर आप जी दे दर्शन करने चाहुंदा है, सो दर्शना हित ओने सानू तुहाडे कोल भेजिया है। शरदा धार अकोर पठाई सम मरीद के बिनै अलाई। बड़ी शरदा धार के उसने तुहाडे लई ये सारियां भेटावां कीमती नजराने भेजे ने। और मेरे पातशाह जीओ इस प्रकार कवि जी कहते ने वजीर खां कहन लगा भी एक मुरीद वांग जहांगीर बादशाह ने तुहाडे दर्शनां दे लई बेनती कीती है जी। सुनकर श्री हर गोविंद कहियो बड़े गुरन जिम दर्शन चाहियो। ते ए सुन के जानी जान पातशाह निडर पातशाह उन्होंने सहज सुभाए कुछ बचन कहे। महाराज कहंदे इंज मिलना चाहुंदा है जिवें साडे वड्डे गुरु पिता जी नू बुलाया सी। भाव श्री गुरु अर्जन देव जी दे दर्शन इन्हां करने चाहे सन। दुष्ट पात की सदन उतारे तह तन तज पर लोक सिधारे। ते दुष्ट पापी दे घर गुरु पातशाह जी दा उतारा कीता सी चंदू चंदरे दे। और फिर मेरे पातशाह जी कहन लगे कि इस तरह बुलाना चाहते हो जिवें गुरु पिता जी नू बुलाया सी, दुष्ट दे घर उतारा कीता गया। और फिर वो शरीर छड्ड गए सन, सचखंड प्याना कर गए सन, शरीर करके वापस नहीं सन आए। शाहन को अस अहे अवाहन नह सुध करी कैस हूँ पावन। और इस प्रकार महाराज जी कहते बादशाहां दा अजिहा बुलाउणा है कि किसी नू खबर भी ना लगी किवें अते की दुख पाया।
सतगुरु महाराज समर्थ ने, निडर ने, बेखौफ ने। खास करके चंदू दियां कालियां करतूतां और जहांगीर दी शमूलीयत, दोनों नूं महाराज जी बेखौफ हो के कह रहे ने, गुरु पिता जी ने भी तुसी बुलाया सी। हालांकि मेरे सतगुरु निडर ने। सतगुरु महाराज जी दे ते चरनां दी एक धूड़ भी इन्हां सारे दुष्टां तो महान है। वो ते महाराज जी दे कदमां दी खाक वर्गे भी नहीं हैगे। तो गुरु हरगोबिंद साहिब जी महाराज कहन लगे, गुरु पातशाह जियां ने वड्डा दुख पाया। भाव भी किस प्रकार उन्हां नूं तसीहे दे के शहीद किया गया सी। सुन वजीर खां पुनः बताई, चुगली अब उंगली तिस थाई। ते कहंदे ने फिर वजीर खां ने हथ जोड़ के कहा, पातशाह गल्लां उन्हां नूं दसीए जिन्हां नूं खबर ना होवे। तुसी ते जानी जानो, तुसी जानी जानो महाराज जी। हुण भी ये दुष्ट चंदू ने सारी चुगली कीती है। कई तरह दीयां गल्लां उन्हें तुहाडे और गुरु नानक दे घर दे खिलाफ बादशाह नूं कहियां ने, और हुण भी उन्हें दुष्ट नीति वरती है जी। दुश्मन बात करे अनहोनी, होए किम किम हूँ करहे उदोनी। दुश्मन बात करे अनहोती, दुश्मन अनहोई गल करदा है। गल किवें हुंदी है ते दुश्मन किवें दसदा है। गल कुछ होर हुंदी है। दुष्ट चंदू वर्गे उन्होंने होर दा होर बना के पेश करते हैं। मिलो आप अब हजरत संग, बिदत होए सब छप्यो प्रसंग। सो तुसी आप ही जाके बादशाह नूं मिलो, तां जो सारी गलबात जो सही है, जो सच है, वो सारियां दे सामने आवे। इस तरह ये सतगुरु जी नूं बिने कर रहे हैं। दिल्ली चलो सो बदला ले हो, दुष्ट पात की सिर पग दे हो। ते दुष्ट चंदू दियां माड़ियां नीतियां तो वजीर खां वर्गे जेड़े सियाने मनुखे भी परेशान सन। ते कहन लगे, महाराज चंदू नूं ओदी करनी दा फल देण दे लई आप जी चलना करो। बिना मिले नह प्राप्त होवह, नहीं ते दारक मूर्ख जो वह। ते जिवें ही तुहाडा बादशाह नाल मिलाप होवेगा, सारी सच्चाई बादशाह दे सामने आवेगी। फिर चंदू नूं बादशाह आप तुहानू सौंप देवेगा। क्योंकि चंदू दा गुरु अर्जन देव जी महाराज जी की शहादत विच वड्डा हथ सी। सो ये सारियां विचारां गुरु साहिब जी दे नाल वजीर खां कर रहा है। इस तो अगे आपां कल नूं विचार सांझे करांगे किवें मेरे पातशाह जी सारी संगत और माता गंगा जी दे नाल विचार करन तो बाद दिल्ली नूं जाण दी सतगुरु महाराज जी तैयारी करदे ने, और किवें दुष्ट चंदू दा अंत नेड़े आउंदा जांदा है। होरनां दा भी ये सारा आपां इतिहास कल अते आउण वाले दिनां विच वाचांगे। फुलां चुकां दी क्षमा जी। आओ बड़े प्यार दे नाल आखिरी पंक्तियां श्रवण करो। इत्थे ही समाप्ति है जी। दिल्ली चलो सो बदला ले हो, दुष्ट पात की सिर पग दे हो। बिना मिले नह प्राप्त होवहे, नहीं ते दारक मूर्ख जो वहे। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। शेरे पंजाब गुरबाणी यूट्यूब चैनल नूं ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।